ਅੰਡਾਨੀਆਂ ਵੱਲੋਂ ਬੰਦ ਕੀਤਾ ਗਿਆ ਲੁਧਿਆਣਾ ਦਾ ਕਿਲ੍ਹਾ ਰਾਏਪੁਰ ਦਾ ਲੌਜਿਸਟਿਕਸ ਪਾਰਕ ਜਿੱਥੇ 400 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ ਉਹਨਾਂ ਦੀ ਨੌਕਰੀ ਚਲੀ ਜਾਏਗੀ ਹੁਣ ਕਿਉਂਕਿ ਪਾਰਕ ਬੰਦ ਕੀਤਾ ਜਾ ਰਿਹਾ। ਪੰਜਾਬ ਨੂੰ ਵੀ ਵੱਡਾ ਨੁਕਸਾਨ ਹੋਏਗਾ ਤੇ ਬੇਰੋਜ਼ਗਾਰੀ ਵੀ ਵਧੇਗੀ ਕਿਉਂਕਿ 400 ਲੋਕ ਇੱਕ ਫੈਸਲੇ ਦੇ ਨਾਲ ਬੇਰੋਜ਼ਗਾਰ ਹੋ ਜਾਣਗੇ। ਇਹ ਝੂਠ ਬੋਲਦੇ ਨੇ ਜੀ ਅਡਾਨੀ ਬਾਨੀ ਤੇ ਇਹਨਾਂ ਦਾ ਬਾਪ ਮੋਦੀ ਉਹ ਉਦੋਂ ਵੱਡਾ ਝੂਠਾ ਵਾ ਜਿਹਦੇ ਪੁੱਤ ਨੇ ਇਹ। ਇੱਥੇ 400 ਬੰਦਾ ਕਿਹੜਾ ਅਡਾਨੀਆਂ ਦਾ ਕੰਮ ਕਰਦਾ ਸੀ? ਸਾਰੇ ਦਾ ਸਾਰੇ ਬੰਦੇ ਇਹਨਾਂ ਦੇ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ। ਸਾਰੀਆਂ ਕੰਪਨੀਆਂ ਦੇ ਕੰਟਰੈਕਟ ਬੇਸ ਤੇ ਬੰਦੇ ਰੱਖ ਕੇ ਉਹਨਾਂ ਨੂੰ ਦਿਹਾੜੀ ਤੇ ਡੇਲੀ ਵੇਜ ਤੇ ਬੰਦੇ ਲੈ ਕੇ ਆਉਂਦੇ ਆ। ਜੇ ਪੱਕੇ ਬੰਦੇ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਲਾ ਲਈਏ 25-30 ਬੰਦੇ ਨਹੀਂ ਹੋਣੇ ਹੈਗੇ। ਕਿਸਾਨਾਂ ਵੱਲੋਂ ਅਡਾਨੀ ਗਰੁੱਪ ਦਾ ਵਿਰੋਧ ਕਰਨਾ ਕਿਸਾਨਾਂ ਦੇ ਪੁੱਤਾਂ ਨੂੰ ਹੀ ਪਿਆ ਮਹਿੰਗਾ। ਨੁਕਸਾਨ 400 ਨੌਕਰੀਆਂ ਜਾਣ ਨਾਲ ਨਹੀਂ ਹੁੰਦਾ ਹੈਗਾ ਕਦੇ ਵੀ। ਸਾਰਾ ਰੋਡਵੇਜ ਵੇਚ ਕੇ ਖਾ ਗਈ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ। ਉਦੋਂ ਨਹੀਂ ਨੌਕਰੀਆਂ ਗਈਆਂ। ਟੈਲੀਫੋਨ ਮਹਿਕਮੇ 'ਚੋਂ ਕਿੰਨੇ ਲੋਕ ਇਹਨਾਂ ਨੇ ਕੱਢਤੇ ਪਿਛਲੇ ਸਾਲ। ਨਵੀਂ ਭਰਤੀ ਕੋਈ ਨਹੀਂ, ਉਦੋਂ ਨੌਕਰੀਆਂ ਨਹੀਂ ਗਈਆਂ, ਉਦੋਂ ਨਹੀਂ ਨੁਕਸਾਨ ਹੋਇਆ। ਤੇ ਜਦੋਂ ਆ ਰੇਲ ਆ ਵੇਚ ਕੇ ਨਾ ਉਡਾਨੀਆਂ ਵਾਨੀਆਂ ਨੂੰ ਦੇਤੀ ਆ ਉਦੋਂ ਕਿੰਨੇ ਲੋਕ ਬੇਰੁਜ਼ਗਾਰ ਕਰਤੇ ਨੇ, ਉਦੋਂ ਨੁਕਸਾਨ ਨਹੀਂ ਹੋਇਆ। ਪਾਰਕ ਬੰਦ ਹੋਣ ਨਾਲ ਪੰਜਾਬ ਨੂੰ ਹੋਏਗਾ 700 ਕਰੋੜ ਰੁਪਏ ਦਾ ਨੁਕਸਾਨ। ਇਹ ਅਡਾਨੀ ਦੇਸ਼ ਦੇ ਵੱਡੇ ਕਿਰਦਾਰ ਨੇ। ਇਹ ਦੇਸ਼ ਦਾ ਭਲਾ ਨਹੀਂ ਸੋਚਦੇ, ਨਾ ਕਿਸੇ ਵਰਕਰ ਦਾ ਭਲਾ ਸੋਚਦੇ ਆ, ਨਾ ਇਹ ਸਰਕਾਰਾਂ ਨਾਲ ਮਿਲੇ ਹੋਏ ਆ। ਕਿਉਂਕਿ ਸਰਕਾਰਾਂ ਹਰ ਮਹਿਕਮਾ ਤਾਂ ਇਹ ਠੇਕੇ ਤੇ ਦੇਈ ਜਾਂਦੀਆਂ ਨੇ। ਉਦੋਂ ਬਾਅਦ ਇਹ ਆਪਦੇ ਕੋਲ ਤਾਂ ਕੁਛ ਰਾਦੀਆਂ ਕਮਾਈ ਕਿੱਥੋਂ ਆਉਣੀ ਇਹਨਾਂ ਨੂੰ? ਜਦੋਂ ਪ੍ਰਾਈਵੇਟ ਹੀ ਕਰੀ ਜਾਂਦੇ ਸਰਕਾਰੀ ਤਰ੍ਹਾਂ ਝੂਠ ਬੋਲਦੇ ਅਸੀਂ ਸਰਕਾਰੀ ਨੌਕਰੀ ਦੇਵਾਂਗੇ। ਇਉਂ ਦੱਸਣ ਇਹ ਸਰਕਾਰੀ ਮਹਿਕਮੇ ਨਾਲ ਕੋਲ ਹੈ ਕਿਹੜਾ? 400 ਲੋਕ ਹੋਏ ਬੇਰੁਜ਼ਗਾਰ। 8 ਮਹੀਨੇ ਤੋਂ ਇੱਥੇ ਬੈਠੇ ਹਾਂ, ਅਸੀਂ ਤਾਂ ਕੋਈ ਦੇਖਿਆ ਨਹੀਂ 400 ਬੰਦਾ ਆਉਂਦਾ। ਆ ਜਿਹੜੀ ਸਿਕਿਉਰਿਟੀ ਲੱਗੀ ਆ 11 ਬੰਦੇ ਆ, ਇਹ ਵੀ ਕੰਪਨੀ ਦੇ ਆ। ਤੇ ਜਦ ਮਰਜ਼ੀ ਕੰਪਨੀ ਕਹਿੰਦੇ ਤੁਹਾਡਾ ਕੰਟਰੈਕਟ ਖਤਮ, ਚਲੇ ਜਾਓ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੋਰਡ ਵੀ ਹਟਾਇਆ ਗਿਆ। ਅਡਾਨੀ ਗਰੁੱਪ ਦਾ ਜੋ ਬੋਰਡ ਲਗਾਇਆ ਗਿਆ ਸੀ ਇਹਨਾਂ ਦੇ ICD ਲੌਜਿਸਟਿਕਸ ਪਾਰਕ ਦਾ ਬੋਰਡ ਲਗਾਇਆ ਗਿਆ ਸੀ। ਕਾਰਗੋ ਦਾ ਇੰਪੋਰਟ ਐਕਸਪੋਰਟ ਚੱਲਦਾ ਸੀ। ਇਸ ਦੇ ਇੱਥੋਂ 1000 ਲੋਕ ਇਫੈਕਟ ਹੋਣਗੇ ਇਨਡਾਇਰੈਕਟਲੀ ਤੇ 400 ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ। ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਉਂ ਬੰਦ ਕੀਤਾ ਗਿਆ? ਬੰਦ ਕਰਨ ਦਾ ਕਾਰਨ ਇਹ ਆ ਵੀ ਅਸਲ ਦੇ ਵਿੱਚ ਜਿਹੜੇ ਦੇਸ਼ ਦੇ ਲੋਕ ਨੇ ਉਹ ਚਾਹੁੰਦੇ ਨੇ ਵੀ ਕੰਪਨੀਆਂ ਸਰਕਾਰ ਦੇ ਅੰਡਰ ਹੋਣ। ਪਰ ਹੋ ਕੀ ਰਿਹਾ? ਸਰਕਾਰ ਹੁਣ ਕੰਪਨੀਆਂ ਦੇ ਅਧੀਨ ਆ। ਕੰਪਨੀਆਂ ਦੀ ਸਰਕਾਰ ਬਣੀ ਹੋਈ ਆ। ਜਦੋਂ ਕੰਪਨੀਆਂ ਦੀ ਸਰਕਾਰ ਬਣਨੀ ਆ ਤਾਂ ਉਹਨੇ ਲਾਜ਼ਮੀ ਉਹਨਾਂ ਕੰਪਨੀਆਂ ਨੂੰ ਜਿਹੜੇ ਫਾਇਦੇ ਨੇ ਉਹ ਪਹੁੰਚਾਉਣੇ ਨੇ। ਕਾਲੇ ਕਾਨੂੰਨਾਂ ਕਰਕੇ ਲੜਾਈ ਮੁੱਕ ਨਹੀਂ ਜਾਣੀ। ਕਾਲੇ ਕਾਨੂੰਨ ਅਸੀਂ ਜਿੱਤ ਲੈਣੇ ਆ, ਉਦੋਂ ਬਾਅਦ ਲੜਾਈ ਮੁੱਕ ਨਹੀਂ ਜਾਣੀ। ਸਾਡੀ ਲੜਾਈ ਨੀਤੀਆਂ ਦੇ ਖਿਲਾਫ ਰਹਿਣੀ ਆ, ਲਗਾਤਾਰ ਰਹਿਣੀ ਆ। ਜਦੋਂ ਲੜਾਈ ਰਹੀ ਤਾਂ ਫਿਰ ਵੀ ਇਹ ਮੁੜ ਕੇ ਪਾਰਟੀ ਇੱਥੇ ਸ਼ਾਇਦ ਬਦਲ ਜਾਵੇ ਕੱਲ੍ਹ ਨੂੰ ਰਾਜ ਕਰਨ ਵਾਲੀ, ਪਰ ਅਡਾਨੀ ਬਾਨੀ ਤਾਂ ਰਹਿਣਗੇ ਨਾ, ਕਾਰਪੋਰੇਟ ਘਰਾਣੇ ਤਾਂ ਰਹਿਣਗੇ। ਸਾਡੀ ਲੜਾਈ ਉਹਨਾਂ ਦੇ ਖਿਲਾਫ ਰਹੂਗੀ ਤੇ ਫਿਰ ਇਹਨਾਂ ਦਾ ਕੰਮ ਫਿਰ ਵੀ ਬੰਦ ਕਰਾਂਗੇ, ਚੱਲਣ ਨਹੀਂ ਦਿਆਂਗੇ। ਜਿਹੜਾ ਕਸਟਮ ਵਿਭਾਗ ਆ, ਅਖਬਾਰਾਂ 'ਚ 3 ਦਿਨ ਖਬਰਾਂ ਲੱਗੀਆਂ। ਇੱਕ ਇਹਨਾਂ ਨੇ ਟਰੱਕ ਫੜ ਲਿਆ, ਉਹਦੇ ਵਿੱਚ ਖੰਜੂਰਾਂ ਲੋਡ ਸੀ ਜਿਹਦੇ ਉੱਤੇ GST 200% ਆ, ਔਰ ਉਹਦਾ ਬਿੱਲ ਸੀ ਸਕ੍ਰੈਪ ਦਾ ਜਿਹਦੇ 2% ਆ। ਅਖਬਾਰਾਂ 'ਚ ਵੀ ਆ ਗਿਆ, ਫੜ ਲਿਆ। ਕੀ ਬਣਿਆ? ਉਹਦਾ ਕੁਛ ਨਹੀਂ। ਆਰਥਿਕ ਮੰਦੀ ਆਪਣੀ ਰਹਿਣੀ ਹੈ। 72% ਪੈਸਾ ਇਹ ਲੈ ਗਿਆ, ਆਪਾਂ 28% ਨਾਲ ਚਾਹੁੰਦੇ ਹਾਂ। 28% ਪੈਸਾ ਵੀ ਸਾਡੇ ਲੈਣੇ ਚਾਹੁੰਦੇ ਨੇ। ਹੋਰ ਕੀ? ਤੁਸੀਂ ਬੰਦੇ ਲਿਆਓ, ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਫਿਰ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਅਡਾਨੀਆਂ ਵਾਨੀਆਂ ਕੋਲੇ ਇੰਨੀ ਦੌਲਤ ਉੱਥੇ ਇਕੱਠੀ ਹੋ ਗਈ, ਐਡਾ ਵੱਡਾ ਢੇਰ ਲੱਗ ਗਿਆ, ਥੱਲੇ ਵੱਲ ਕੱਲ੍ਹ ਨੂੰ ਕਾਹਤੋਂ ਨਹੀਂ ਆਉਂਦੀ? ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਇਹਦੇ ਵਿਚਾਲੇ ਮੋਦੀ ਤੇ ਜਿਹੜੀ ਸਰਕਾਰ ਆ ਸਾਡੇ ਦੇਸ਼ ਦੀ ਉਹ ਕੰਧ ਵੜ ਕੇ ਖੜੀ ਹੋਈ ਆ। ਉਹਨੇ ਰੋਕੀ ਹੋਈ ਆ ਵੀ ਕਿਤੇ ਉਹਨਾਂ ਦੀ ਦੌਲਤ ਲੋਕਾਂ ਵੱਲ ਨੂੰ ਨਾ ਆਵੇ। ਹੁਣ ਅਸੀਂ ਇਹ ਕੰਧ ਢਾਹ ਦੇਣੀ ਹੈ, ਛੱਡਣੀ ਨਹੀਂ ਹੈਗੀ। ਸਾਡੇ ਕੋਲ 1 ਕਿੱਲਾ ਜ਼ਮੀਨ ਆ ਜਿਹਦੀ ਕਿ 20 ਲੱਖ ਕੀਮਤ ਆ। ਸਾਨੂੰ ਸਰਕਾਰ ਦਾ 3 ਲੱਖ ਲਿਮਟ ਨਹੀਂ ਬਣਾ ਰਹੀ ਤੇ ਇਹ ਜ਼ਮੀਨ ਸਾਰਾ 80 ਕਿੱਲੇ ਲਿਆ। ਜਿਹੜੀ 1 ਕਰੋੜ ਉਸ ਕੰਪਨੀ ਦੇ ਇਹਨੂੰ 700 ਕਰੋੜ ਲੋਨ ਦੇਤਾ, ਸਾਨੂੰ ਕਿਉਂ ਨਹੀਂ ਦੇ ਰਹੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। किसान अंदोलन शिखर ते है। 7 महीने हो गए किसान दिल्ली दी बरूहां ते बैठे हुए ने, हक्कां दी लड़ाई लड़ रहे हैं। इस दौरान किसानां वल्लों अडानी ते अंबानी ग्रुप दा जम के विरोध किया जा रहा है। चाहे रिलायंस पंप दे बाहर बैठे होण या होर उन्हां दे रिसोर्सिस दे बाहर बैठे होण। तां लुधियाना दे विच किला रायपुर दा अडानी दा लॉजिस्टिक्स पार्क भी अडानी ग्रुप वल्लों बंद करन दा फैसला लिया गया, जिथे 400 तो वध लोकां दियां नौकरियां चलियां जाणगीਆਂ। ते तुसीं देख सकदे हो कि किस तरह बोर्ड भी हटाया गया। अडानी ग्रुप दा जो बोर्ड लगाया गया सी इन्हां दे ICD लॉजिस्टिक्स पार्क का बोर्ड लगाया गया सी। कार्गो का इंपोर्ट एक्सपोर्ट चलता सी। इस दे इत्थों 1000 लोग इफेक्ट होणगे इनडायरैक्टली ते 400 लोकां दियां नौकरियां चलियां जाणगीਆਂ। ਤਾਂ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਦਾ ਅਡਾਨੀ ਅੰਬਾਨੀ ਗਰੁੱਪ ਦਾ ਵਿਰੋਧ ਕਰਨਾ ਕਿਸਾਨਾਂ ਦੇ ਪੁੱਤਾਂ ਨੂੰ ਹੀ ਮਹਿੰਗਾ ਪਏਗਾ, ਕਿਉਂਕਿ जो खबर आ रही ने सूत्रों के अनुसार कि
ਜ਼ਿਆਦਾਤਰ ਜੋ ਇੱਥੇ ਲੋਕ ਕੰਮ ਕਰ ਰਹੇ ਸਨ ਉਹ ਕਿਸਾਨਾਂ ਦੇ ਪੁੱਤ ਹੀ ਸਨ, ਤਾਂ ਉਹਨਾਂ ਦੀ ਨੌਕਰੀ ਚਲੀ ਗਈ ਹੈ। 7 ਮਹੀਨੇ ਤੋਂ ਕਿਸਾਨ ਇੱਥੇ ਬਾਹਰ ਬੈਠੇ ਹੋਏ ਨੇ, EMPLOYEES ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ, ਤਾਂ ਜੋ ਨੁਕਸਾਨ ਹੋ ਰਿਹਾ 7 ਮਹੀਨੇ ਤੋਂ ਉਸ ਨੁਕਸਾਨ ਦੀ ਭਰਪਾਈ ਕਰਨਾ ਬਹੁਤ ਔਖਾ ਹੋਇਆ ਪਿਆ। ਤੇ ਜਿਸ ਤੋਂ ਬਾਅਦ ਰਿਟ ਫਾਈਲ ਕੀਤੀ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ, ਪਰ ਉਸ ਦੀ ਸੁਣਵਾਈ ਨਹੀਂ ਹੋਈ, ਤਾਂ ਉਸ ਤੋਂ ਬਾਅਦ ਇਹ ਸਖਤ ਫੈਸਲਾ ਅਡਾਨੀ ਗਰੁੱਪ ਨੂੰ ਲੈਣਾ ਪਿਆ, ਜਿਸ ਦੇ ਬਾਅਦ ਹੁਣ ਲੁਧਿਆਣਾ ਵਿੱਚ ਕਿਲ੍ਹਾ ਰਾਏਪੁਰ ਦਾ ਅਡਾਨੀ ਦਾ ICD ਲੌਜਿਸਟਿਕਸ ਪਾਰਕ, ਜਿੱਥੇ ਕਾਰਗੋ ਦੀ ਇੰਪੋਰਟ ਐਕਸਪੋਰਟ ਹੁੰਦੀ ਹੈ, ਹੁਣ ਉਹ ਬੰਦ ਕਰ ਦਿੱਤਾ ਜਾਵੇ। ਤਾਂ ਵੱਡਾ ਫੈਸਲਾ ਲਿਆ ਗਿਆ ਹੈ, ਬੋਰਡ ਹਟਾ ਦਿੱਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਸੀ। ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਕਿਸਾਨ ਬਾਹਰ ਬੈਠੇ ਹੋਏ ਨੇ, EMPLOYEES ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਸੀ। ਤਾਂ ਕੁੱਲ 7 ਮਹੀਨੇ ਹੋ ਗਏ ਨੇ ਕਿਸਾਨ ਇੱਥੇ ਬੈਠੇ ਹੋਏ ਨੇ। ਤਾਂ ਇਹ ਖਬਰਾਂ ਬਾਹਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿੱਥੇ ਕਿਸਾਨਾਂ ਵੱਲੋਂ ਅਡਾਨੀਆਂ ਦਾ ਵਿਰੋਧ ਕੀਤਾ ਜਾ ਰਿਹਾ, ਚਾਹੇ ਉਹ ਅੰਬਾਨੀਆਂ ਦੇ ਰਿਲਾਇੰਸ ਪੰਪ ਦੇ ਬਾਹਰ ਹੋਏ ਤਾਂ ਹੋਰ ਜਗ੍ਹਾਵਾਂ ਤੇ ਬੈਠ ਕੇ ਵਿਰੋਧ ਕੀਤਾ ਜਾ ਰਿਹਾ, ਤਾਂ ਉਸ ਦਾ ਭਾਰੀ ਨੁਕਸਾਨ ਕਿਤੇ ਕਿਸਾਨਾਂ ਦੇ ਪੁੱਤਾਂ ਨੂੰ ਹੀ ਕਿਉਂ ਨਾ ਸਹਿਣਾ ਪਏ। ਤਾਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ, ਜਾਣਾਂਗੇ ਕਿ EMPLOYEES ਦਾ ਕੀ ਕਹਿਣਾ ਹੈ, ਜੋ ਲੋਕ ਕਿਸਾਨੀ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦਾ ਕੀ ਵਿਚਾਰ ਹੈ। ਤਾਂ ਜਮਹੂਰੀ ਕਿਸਾਨ ਸਭਾ ਤੋਂ ਹਰਨੇਕ ਸਿੰਘ ਗਰੇਵਾਲ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ। ਸਰ, ਤੁਹਾਨੂੰ ਪੁੱਛਣਾ ਚਾਹਾਂਗੇ 7 ਮਹੀਨੇ ਹੋ ਗਏ ਇੱਥੇ ਬੈਠੇ ਹੋਏ ਹੋ ਤੁਸੀਂ, ਉਸ ਤੋਂ ਬਾਅਦ ਅਡਾਨੀ ਗਰੁੱਪ ਵੱਲੋਂ ਫੈਸਲਾ ਲਿੱਤਾ ਜਾਂਦਾ ਹੈ ਕਿ ਲੌਜਿਸਟਿਕ ਪਾਰਕ ਜਿੱਥੇ 400 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ ਉਹਨਾਂ ਦੀ ਨੌਕਰੀ ਚਲੀ ਜਾਏਗੀ। ਹੁਣ ਕਿਉਂਕਿ ਪਾਰਕ ਬੰਦ ਕੀਤਾ ਜਾ ਰਿਹਾ, ਪੰਜਾਬ ਨੂੰ ਵੀ ਵੱਡਾ ਨੁਕਸਾਨ ਹੋਏਗਾ ਤੇ ਬੇਰੁਜ਼ਗਾਰੀ ਵੀ ਵਧੇਗੀ, ਕਿਉਂਕਿ 400 ਲੋਕ ਇੱਕ ਫੈਸਲੇ ਦੇ ਨਾਲ ਬੇਰੁਜ਼ਗਾਰ ਹੋ ਜਾਣਗੇ। ਇਹ ਝੂਠ ਬੋਲਦੇ ਨੇ ਜੀ ਅਡਾਨੀ ਬਾਨੀ, ਤੇ ਇਹਨਾਂ ਦਾ ਬਾਪ ਮੋਦੀ ਉਹ ਉਦੋਂ ਵੱਡਾ ਝੂਠਾ ਵਾ ਜਿਹਦੇ ਪੁੱਤ ਨੇ ਇਹ। ਇੱਥੇ 400 ਬੰਦਾ ਕਿਹੜਾ ਅਡਾਨੀਆਂ ਦਾ ਕੰਮ ਕਰਦਾ ਸੀ? ਸਾਰੇ ਦਾ ਸਾਰੇ ਬੰਦੇ ਇਹਨਾਂ ਦੇ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ, ਸਾਰੀਆਂ ਕੰਪਨੀਆਂ ਦੇ ਕੰਟਰੈਕਟ ਬੇਸ ਤੇ ਬੰਦੇ ਰੱਖ ਕੇ ਉਹਨਾਂ ਨੂੰ ਦਿਹਾੜੀ ਤੇ ਡੇਲੀ ਵੇਸ ਤੇ ਬੰਦੇ ਲੈ ਕੇ ਆਉਂਦੇ ਆ। ਜੇ ਪੱਕੇ ਬੰਦੇ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਲਾ ਲਈਏ 25-30 ਬੰਦੇ ਨਹੀਂ ਹੋਣੇ ਹੈਗੇ। ਇਹ ਝੂਠ ਬੋਲਦੇ ਆ ਇਸ ਗੱਲ ਤੋਂ, ਤੇ ਬੰਦ ਹੋਣ ਨਾਲ ਕੋਈ ਨੁਕਸਾਨ ਨਹੀਂ ਹੋਣਾ ਪੰਜਾਬ ਦਾ, ਉਲਟਾ ਫਾਇਦਾ ਹੋਊਗਾ। ਇੱਕ ਤਾਂ ਉਹਨਾਂ ਦੀ ਨੌਕਰੀ ਕੱਚੀ ਆ ਸਾਰਿਆਂ ਦੀ, ਤੇ ਕੱਚੀ ਨੌਕਰੀ ਵਾਲੇ ਦੀ ਕਾਹਦੀ ਗਰੰਟੀ ਹੁੰਦੀ ਆ ਵੀ ਇੱਥੇ ਕਦੋਂ ਨੌਕਰੀ ਤੇ ਆਉਣਾ, ਕਦੇ ਉਹਨੂੰ ਜਵਾਬ ਦੇ ਦੇਣਾ। ਫਿਰ ਇਹਨਾਂ ਨੇ ਬੇਹਿਸਾਬਾ ਲੋਨ ਲਿਆ ਹੋਇਆ ਇਸ ਜ਼ਮੀਨ ਦੇ ਉੱਤੇ, ਤੇ ਉਹ ਸਾਰਾ ਪੈਸੇ ਖਾਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਸ਼ਟ ਡਾਊਨ ਕੀਤਾ ਉਹਨੂੰ। ਤੇ ਦੂਜਾ ਲੋਨ ਨਾ ਮੋੜਨਾ ਇਹਨਾਂ ਦੀ ਪਹਿਲਾਂ ਹੀ ਪ੍ਰਵਿਰਤੀ ਬਣੀ ਹੋਈ ਆ, ਕਦੇ ਵੀ ਲੋਨ ਮੋੜੇ ਨਹੀਂ ਇਹਨਾਂ ਨੇ ਲਏ ਹੋਏ ਨੇ। ਤੇ ਦੂਜੀ ਟੈਕਸ ਆ ਜਿਹੜੇ ਸਰਕਾਰ ਨੂੰ ਇਹਦੇ ਤੋਂ ਟੈਕਸ ਦੇਣਾ ਬਣਦਾ ਸੀ, ਉਹਨਾਂ ਟੈਕਸਾਂ ਦੇ ਵਿੱਚ ਵੀ ਬੇਤਹਾਸ਼ਾ ਰਿਆਇਤ ਲਈ ਹੋਈ ਆ, ਜਿਹੜਾ ਪੂਰਾ ਟੈਕਸ ਵੀ ਨਹੀਂ ਦਿੰਦੇ ਹੈਗੇ। ਸਾਨੂੰ ਚਿੰਤਾ ਇਸ ਗੱਲ ਦੀ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਇੱਕ ਨਿਰਪੱਖ, ਵੀ ਮੋਦੀ ਸਰਕਾਰ ਨੇ ਕਿੰਨਾ ਟੈਕਸ ਲਿਆ ਇਹਦੇ ਤੋਂ, ਉਹਦਾ ਦੱਸਿਆ ਜਾਵੇ। ਇਹ ਸਾਰਾ ਸਾਨੂੰ ਪਤਾ ਲੱਗਿਆ ਵੀ ਇਹਦੇ ਤੇ 700 ਕਰੋੜ ਰੁਪਏ ਦਾ ਲੋਨ ਆ, ਪਰ ਜਗ੍ਹਾ ਤੇ ਸਾਰਾ 100 ਕਰੋੜ ਵੀ ਨਹੀਂ ਖਰਚਿਆ ਹੋਇਆ। ਤੇ ਨੁਕਸਾਨ ਕਾਹਦਾ ਹੋਇਆ? ਅਸੀਂ ਸਾਡਾ 700-600 ਕਰੋੜ ਰੁਪਈਆ ਇਹਨਾਂ ਨੇ ਬੈਂਕ ਦਾ ਸਾਡੇ ਲੋਕਾਂ ਦਾ ਜਿਹੜਾ ਲੋਨ ਲੈ ਕੇ ਰੱਖਿਆ ਸੀਗਾ ਉਹ ਖਾ ਜਾਣਾ ਵਾ। ਇਹ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਕਰ ਰਹੇ। ਇਹਦੇ ਬੰਦ ਹੋਣ ਨਾਲ ਪੰਜਾਬ ਦਾ ਬਹੁਤ ਵੱਡਾ ਫਾਇਦਾ ਹੋਊਗਾ। ਜਿਨ੍ਹਾਂ ਦੇ ਰੁਜ਼ਗਾਰ ਗਏ ਨੇ ਥੋੜ੍ਹੇ ਬੰਦਿਆਂ ਦੇ, ਉਹਨਾਂ ਨਾਲ ਸਾਡੀ ਹਮਦਰਦੀ ਆ। ਸਾਡੀ ਬੇਨਤੀ ਆ ਉਹਨਾਂ ਨੂੰ ਇੱਥੋਂ ਤੁਹਾਡੇ ਚੈਨਲ ਤੋਂ ਵੀ ਉਹ ਆਉਣ ਸਾਡੇ ਕੋਲੇ, ਅਸੀਂ ਉਹਨਾਂ ਖਾਤਰ ਵੀ ਲੜਾਈ ਲੜਾਂਗੇ ਜਿਹੜੀ ਇਹਨਾਂ ਨੇ ਸਰਕਾਰ ਤੋਂ ਕਿਰਤ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਘਰ ਨੂੰ ਤੋਰ ਦਿੰਦੇ ਆ, ਉਹ ਵੀ ਅਸੀਂ ਬੰਦ ਕਰਾਵਾਂਗੇ। ਜੀ, ਤੇ ਜਿਸ ਤਰ੍ਹਾਂ ਜੋ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ 400 ਕਿਸਾਨਾਂ ਦੇ ਪੁੱਤ ਜ਼ਿਕਰ ਕੀਤਾ ਗਿਆ ਕਿ ਕਿਸਾਨਾਂ ਦੇ ਪੁੱਤ ਨੂੰ ਹੀ ਭਾਰੀ ਨੁਕਸਾਨ ਹੋਏਗਾ ਜੇਕਰ ਕਿਸਾਨ ਇੱਥੇ ਬੈਠੇ ਹੋਏ ਨੇ ਅਡਾਨੀਆਂ ਦਾ ਵਿਰੋਧ ਕਰ ਰਹੇ ਨੇ, ਤਾਂ ਉਹਦਾ ਭਾਰੀ ਨੁਕਸਾਨ ਕਿਸਾਨਾਂ ਦੇ ਪੁੱਤਾਂ ਨੂੰ ਹੀ ਸਹਿਣਾ ਪਏਗਾ, ਕਿਉਂਕਿ ਇਸ ਪਿੰਡ ਵਿੱਚ ਜਿਹੜੇ ਲੋਕ ਸੀ, ਜਿਹੜੇ ਕਿਸਾਨਾਂ ਦੇ ਪੁੱਤ ਸੀ, ਉਹ ਇੱਥੇ ਕੰਮ ਕਰਦੇ ਸਨ, ਤਾਂ ਉਹਨਾਂ ਦੀ ਨੌਕਰੀ ਜਾਰੀ ਹੈ। ਨਹੀਂ, ਇਹ ਫਿਰ ਮੈਂ ਕਹਿੰਦਾ ਸਵਾਏ ਝੂਠ ਤੋਂ ਕੁਝ ਨਹੀਂ ਬੋਲਦੇ। ਨੁਕਸਾਨ 400 ਨੌਕਰੀਆਂ ਜਾਣ ਨਾਲ ਨਹੀਂ ਹੁੰਦਾ ਹੈਗਾ ਕਦੇ ਵੀ। ਸਾਰਾ ਰੋਡਵੇਜ ਵੇਚ ਕੇ ਖਾ ਗਈ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ, ਉਦੋਂ ਨਹੀਂ ਨੌਕਰੀਆਂ ਗਈਆਂ। ਟੈਲੀਫੋਨ ਮਹਿਕਮੇ 'ਚੋਂ ਕਿੰਨੇ ਲੋਕ ਇਹਨਾਂ ਨੇ ਕੱਢਤੇ ਪਿਛਲੇ ਸਾਲ, ਨਵੀਂ ਭਰਤੀ ਕੋਈ ਨਹੀਂ, ਉਦੋਂ ਨੌਕਰੀਆਂ ਨਹੀਂ ਗਈਆਂ, ਉਦੋਂ ਨਹੀਂ ਨੁਕਸਾਨ ਹੋਇਆ। ਤੇ ਜਦੋਂ ਆ ਰੇਲ ਆ ਵੇਚ ਕੇ ਨਾ ਉਡਾਨੀਆਂ ਵਾਨੀਆਂ ਨੂੰ ਦੇਤੀ ਆ, ਉਦੋਂ ਕਿੰਨੇ ਲੋਕ ਬੇਰੁਜ਼ਗਾਰ ਕਰਤੇ ਨੇ, ਉਦੋਂ ਨੁਕਸਾਨ ਨਹੀਂ ਹੋਇਆ। ਇਹਨਾਂ ਦੇ 400 ਨਾਲ ਨੁਕਸਾਨ ਨਹੀਂ ਹੋਣਾ। ਮੈਂ ਫਿਰ ਕਹਿੰਦਾ ਵਾਂ ਵੀ ਇਹ 400 ਬੰਦਾ ਇਹਨਾਂ ਦਾ ਇੰਪਲਾਈਜ਼ ਨਹੀਂ ਸੀਗਾ। ਤੇ ਜਿਹੜੇ ਬੱਚੇ ਕੰਮ ਕਰਦੇ ਸੀਗੇ, ਸਾਡੇ ਬੱਚੇ ਨੇ, ਸਾਨੂੰ ਚਿੰਤਾ ਉਹਨਾਂ ਦੇ ਕੰਮ ਦੀ। ਸਰਕਾਰ ਤਾਂ ਨੌਕਰੀਆਂ ਨਹੀਂ ਦਿੰਦੀ ਹੈਗੀ ਉਹਨਾਂ ਨੂੰ। ਇਹ 400 ਬੱਚੇ ਦੇ ਜਾਣ ਦਾ ਕੋਈ ਤੁੱਕ ਨਹੀਂ ਬਣਦੀ ਹੈਗੀ। ਕੁਝ 35-40 ਬੰਦੇ ਨੇ, ਉਹਨਾਂ ਨੂੰ ਇਹਨਾਂ ਨੇ ਕੱਢਿਆ ਸੀ, ਉਹਨਾਂ ਲਈ ਲੜਾਈ ਲੜਾਂਗੇ। ਇਹ ਕੋਈ ਨੁਕਸਾਨ ਨਹੀਂ ਹੈ। ਬਿਲਕੁਲ ਗਲਤ ਹੈ ਕਿ 400 ਬੰਦਾ ਇੱਥੇ ਕੰਮ ਕਰਦਾ ਸੀ, 400 ਬੰਦਾ ਬੇਰੁਜ਼ਗਾਰ ਹੋਇਆ। 400 ਬੰਦਾ ਕਿਹੜਾ ਸੀਗਾ? ਦੱਸਣ ਤਾਂ ਸਹੀ, ਕਿਹੜਾ 400 ਬੰਦਾ ਸੀ? ਸਾਰੇ ਕੰਟਰੈਕਟ ਬੇਸ ਤੇ ਬੰਦੇ ਸੀ, ਵੱਖ-ਵੱਖ ਕੰਪਨੀਆਂ ਦੇ ਬੰਦੇ ਇਹਨਾਂ ਨੇ ਹਾਇਰ ਕਰਦੇ ਨੇ। ਬਹੁਤੇ ਡੇਲੀ ਬੇਸ ਤੇ ਨੇ ਬੰਦੇ, ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ। ਇੱਥੋਂ ਮੈਂ ਕਹਿੰਦਾ ਵੀ 400 ਬੰਦੇ ਦੇ ਤੁਸੀਂ ਕਹਿ ਰਹੇ ਹੋ 400 ਦਾ ਨੁਕਸਾਨ ਹੈ। ਜਿਹੜੀ ਰੇਲ ਵੇਚ ਕੇ ਖਾ ਗਏ, ਇਹ ਰੇਲ ਅਡਾਨੀਆਂ ਨੂੰ ਦੇਤੀ, ਉਹ ਕਾਹਦੇ ਵਾਸਤੇ ਨੇ? ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹਾਕਾਂ ਮਾਰਦੇ ਹਾਂ, ਅਸੀਂ ਜਿਨ੍ਹਾਂ ਨੂੰ ਬੇਰੁਜ਼ਗਾਰ ਕਰਿਆ ਵੀ ਉਹ ਆਉਣ, ਅਸੀਂ ਉਹਨਾਂ ਲਈ ਲੜਾਈ ਲੜਾਂਗੇ। ਪਰ ਇਹ ਅਡਾਨੀ ਅਬਾਨੀ ਸਾਡੇ ਦੇਸ਼ ਦੇ ਜਿਹੜੀ ਦੌਲਤ ਆ ਖਾਣ ਤੋਂ ਸਿਵਾਏ ਕੁਝ ਨਹੀਂ ਕਰਦੇ। ਇਹ ਸਾਡਾ ਲੁੱਟ ਕਰ ਰਹੇ ਨੇ।
ਇਹ ਰਬਾਨੀ ਡਾਨੀ ਦੇਸ਼ ਦੇ ਵੱਡੇ ਗਦਾਰ ਨੇ। ਇਹ ਦੇਸ਼ ਦਾ ਭਲਾ ਨਹੀਂ ਸੋਚਦੇ, ਨਾ ਕਿਸੇ ਵਰਕਰ ਦਾ ਭਲਾ ਸੋਚਦੇ ਆ, ਨਾ ਇਹ ਸਰਕਾਰਾਂ ਨਾਲ ਮਿਲੇ ਹੋਏ ਆ। ਕਿਉਂਕਿ ਸਰਕਾਰਾਂ ਹਰ ਮਹਿਕਮਾ ਤਾਂ ਇਹ ਠੇਕੇ ਤੇ ਦੇਈ ਜਾਂਦੀਆਂ ਨੇ। ਉਦੋਂ ਬਾਅਦ ਇਹ ਆਪਦੇ ਕੋਲ ਤਾਂ ਕੁਛ ਰੱਖਦੀਆਂ, ਕਮਾਈ ਕਿੱਥੋਂ ਆਉਣੀ ਇਹਨਾਂ ਨੇ। ਜਦੋਂ ਪ੍ਰਾਈਵੇਟ ਹੀ ਕਰੀ ਜਾਂਦੇ, ਸਰਕਾਰੀ ਤਰ੍ਹਾਂ ਝੂਠ ਬੋਲਦੇ ਅਸੀਂ ਸਰਕਾਰੀ ਨੌਕਰੀ ਦੇਵਾਂਗੇ। ਇਉਂ ਦੱਸਣ ਵੀ ਇਹ ਸਰਕਾਰੀ ਮਹਿਕਮੇ ਇਹਨਾਂ ਕੋਲ ਹੈ ਕਿਹੜਾ? ਇਹ ਜਨਤਾ ਨੂੰ ਦੱਸਣਾ ਇਹਨਾਂ ਕੋਲ ਸਰਕਾਰੀ ਮਹਿਕਮਾ ਹੈ ਕਿਹੜਾ? ਰੋਡਵੇਜ਼ ਹੈ, PRTC ਜਾਂ ਕੋਈ ਬਿਜਲੀ ਬੋਰਡ, ਸਾਰੇ ਦਾ ਪ੍ਰਾਈਵੇਟ ਕੀਤੇ ਹੋਏ ਨੇ। ਠੇਕੇ ਦੇ ਮੁਲਾਜ਼ਮ ਉੱਥੇ ਰੱਖੇ ਜਾਂਦੇ ਨੇ, ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾਂਦਾ। ਕਹਿੰਦੇ ਪਹਿਲਾਂ ਇਹ ਕਹਿੰਦੇ 3 ਸਾਲ ਬਾਅਦ ਪੱਕੇ ਕਰਾਂਗੇ, ਹੁਣ 3 ਸਾਲ ਦੇ ਵਜ੍ਹਾ 5 ਸਾਲ ਵੀ ਹੋ ਗਏ, ਉਹਨਾਂ ਨੂੰ ਫੇਰ ਨਹੀਂ ਪੱਕੇ ਕੀਤੇ ਜਾਂਦੇ। ਬਸ ਸਰ ਡਿਊਟੀ ਕਰਦੀ ਇਹਨਾਂ ਨੇ ਜੀ 8 ਘੰਟੇ ਤੋਂ 12 ਘੰਟੇ ਡਿਊਟੀ ਕਰਦੀ ਆ। ਬੱਚਾ ਰਾਤ ਨੂੰ ਕਿਵੇਂ ਜਾਊਗਾ, ਇੰਨਾ ਸਾਰੇ ਕਿਵੇਂ ਆਊਗਾ? ਇਹ ਸਾਰੇ ਝੂਠ ਬੋਲਦੇ ਆ, ਕੁਝ ਨਹੀਂ। ਸਾਰੇ ਮਹਿਕਮੇ ਕੀ ਹੋਰ ਸਾਰੇ ਇਹਨਾਂ ਨੇ ਪ੍ਰਾਈਵੇਟ ਕਰਦੇ ਨੇ। ਇਹਨਾਂ ਨੇ ਤਾਂ 에ਅਰਪੋਰਟ ਵੀ ਵੇਚ ਕੇ ਰੱਖਦੇ ਨੇ। ਮਿਲੇ ਕੋਈ 10 ਬੱਚੇ ਜਿਹਨਾਂ ਨੌਕਰੀ ਤੇ ਕੱਢਿਆ ਗਿਆ? ਤੁਹਾਨੂੰ ਕੋਈ ਡੇਲੀ ਪੋਸਟਾਂ ਮਿਲੇ 10 ਬੱਚੇ ਜਿਹਨਾਂ ਨੌਕਰੀ ਤੇ? ਹਾਲੇ ਨਹੀਂ ਮਿਲੇ। ਕੋਈ ਨਹੀਂ, ਕੋਈ ਅਸੀਂ 8 ਮਹੀਨੇ ਤੋਂ ਇੱਥੇ ਬੈਠੇ ਹਾਂ, ਅਸੀਂ ਤਾਂ ਕੋਈ ਦੇਖਿਆ ਨਹੀਂ 400 ਬੰਦਾ ਆਉਂਦਾ। ਆ ਜਿਹੜੀ ਸਿਕਿਉਰਿਟੀ ਲੱਗੀ ਆ 11 ਬੰਦੇ ਆ, ਇਹ ਵੀ ਕੰਪਨੀ ਦੇ ਆ। ਤੇ ਜਦ ਮਰਜ਼ੀ ਕੰਪਨੀ ਕਹਿੰਦੇ ਤੁਹਾਡਾ ਕੰਟਰੈਕਟ ਖਤਮ, ਚਲੇ ਜਾਓ। ਆਪਾਂ ਕਦੀ ਨੌਕਰੀ ਗੱਲ ਗਲਤ ਆ। ਕੋਈ ਵੀ ਅਸੀਂ 8 ਮਹੀਨਿਆਂ 'ਚ 400 ਬੰਦਾ ਦੇਖੇ ਨੌਕਰੀ। ਕਾਹਦੀ ਨੌਕਰੀ ਕਰਦਾ? ਸਭ ਕੁਝ ਇਹਨਾਂ ਲੋਹੇ ਦਾ ਬਣਾਇਆ, ਕੋਈ ਨੌਕਰੀ ਨਹੀਂ। ਕੰਟੇਨਰ ਆਉਂਦਾ ਉਹ ਵੀ ਕੰਟਰੈਕਟ ਤੇ, ਉਹ ਮਾਲ ਜਾਂਦਾ ਉਹ ਵੀ ਕੰਟਰੈਕਟ ਤੇ, ਜਿਹੜਾ ਕੋਈ ਕੰਟਰੈਕਟ। ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਉਂ ਬੰਦ ਕੀਤਾ ਗਿਆ? ਬੰਦ ਕਰਨ ਦਾ ਕਾਰਨ ਇਹ ਆ ਵੀ ਅਸਲ ਦੇ ਵਿੱਚ ਜਿਹੜੇ ਦੇਸ਼ ਦੇ ਲੋਕ ਨੇ ਉਹ ਚਾਹੁੰਦੇ ਨੇ ਵੀ ਕੰਪਨੀਆਂ ਸਰਕਾਰ ਦੇ ਅੰਡਰ ਹੋਣ। ਪਰ ਹੋ ਕੀ ਰਿਹਾ, ਸਰਕਾਰ ਹੁਣ ਕੰਪਨੀਆਂ ਦੇ ਅਧੀਨ ਆ। ਕੰਪਨੀਆਂ ਦੀ ਸਰਕਾਰ ਬਣੀ ਹੋਈ ਆ। ਜਦੋਂ ਕੰਪਨੀਆਂ ਦੀ ਸਰਕਾਰ ਬਣਨੀ ਆ ਤਾਂ ਉਹਨੇ ਲਾਜ਼ਮੀ ਉਹਨਾਂ ਕੰਪਨੀਆਂ ਨੂੰ ਜਿਹੜੇ ਫਾਇਦੇ ਨੇ ਉਹ ਪਹੁੰਚਾਉਣੇ ਨੇ। ਤੇ ਕਿਰਤ ਕਾਨੂੰਨ ਕਹਿੰਦਾ ਵਾ ਵੀ ਜਦੋਂ ਤੁਸੀਂ ਕੋਈ ਕੰਪਨੀ ਖੋਲ੍ਹਦੇ ਹੋ, ਉੱਥੇ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਦੀ ਯੂਨੀਅਨ ਵੀ ਹੁੰਦੀ ਆ। ਯੂਨੀਅਨ ਦਾ ਪ੍ਰਾਵਧਾਨ ਆ ਉਹਦੇ ਵਿੱਚ, ਲਾਅ ਦੇ ਵਿੱਚ ਤੁਸੀਂ ਯੂਨੀਅਨ ਬਣਾ ਸਕਦੇ ਹੋ। ਪਰ ਹੁਣ ਕਿਰਤ ਕਾਨੂੰਨਾਂ 'ਚ ਸੋਧ ਕਰਕੇ ਉੱਥੇ ਯੂਨੀਅਨ ਨਹੀਂ ਬਣਨ ਦਿੰਦੇ। ਹੁਣ ਇੱਥੇ 40-50 ਬੰਦੇ ਹੋਣਗੇ, 100 ਹੋਊਗਾ, ਉਹਦੀ ਕੀ ਯੂਨੀਅਨ ਬਣਨੀ ਆ? ਕੀ ਲੜ ਲੈਣਗੇ? ਪਰ ਹੁਣ ਇੱਥੇ ਚਿੰਤਾ ਉਹਨਾਂ ਨੂੰ ਇਸ ਗੱਲ ਦੀ ਹੋ ਗਈ ਆ ਵੀ ਪੰਜਾਬ ਦੇ ਵਿੱਚੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ। ਸ਼ੁਰੂ ਹੋਣ ਦੇ ਨਾਲ ਅੰਦਰ ਤਾਂ ਯੂਨੀਅਨ ਬਣੀ ਨਾ ਬਣੀ ਵੱਖਰੀ ਗੱਲ ਆ, ਪਰ ਆਲੇ ਦੁਆਲੇ ਪਿੰਡਾਂ 'ਚ ਬਹੁਤ ਵੱਡੀ ਯੂਨੀਅਨ ਬਣ ਗਈ ਆ ਕਿਸਾਨਾਂ ਦੀ। ਤੇ ਹੁਣ ਉਹਨਾਂ ਦੀ ਲੜਾਈ ਸਿਹਦਤ ਪਾਰਟੀਆਂ ਨਹੀਂ ਰਹੀਆਂ। ਕੋਈ ਕਿਸਾਨਾਂ ਦੀ ਲੜਾਈ ਦਾ ਨਿਸ਼ਾਨਾ ਪਾਰਟੀਆਂ ਨਹੀਂ ਰਹੀਆਂ। ਉਹਨਾਂ ਨੇ ਨੀਤੀਆਂ ਨੂੰ ਨਿਸ਼ਾਨਾ ਬਣਾ ਲਿਆ। ਨੀਤੀਆਂ ਕੌਣ ਲਾਗੂ ਕਰਾਉਂਦਾ? ਪਾਰਟੀ ਲਾਗੂ ਕਰਾਉਂਦੀ ਆ ਤੇ ਪ੍ਰਧਾਨ ਮੰਤਰੀ ਆ। ਹੁਣ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਪਿੱਛੇ ਵੀ ਬੰਦਾ ਦੇਖ ਲਿਆ ਵੀ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਕਹਿੰਦੇ ਆ ਵੀ ਆਹ ਨੀਤੀਆਂ ਬਣਾਓ, ਤੇ ਉਹ ਬੰਦਿਆਂ ਦੀ ਪਛਾਣ ਕਰ ਲਈ। ਉਹ ਨਿਕਲੇ ਅਡਾਨੀ ਵਾਨੀ ਤੇ ਕਾਰਪੋਰੇਟ ਘਰਾਣੇ। ਤੇ ਜਦੋਂ ਕਾਰਪੋਰੇਟ ਘਰਾਣੇ ਦੇ ਖਿਲਾਫ ਵੀ ਨਾਲ ਲੜਾਈ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਚਿੰਤਾ ਹੋ ਗਈ ਅਡਾਨੀਆਂ ਵਾਨੀਆਂ ਨੂੰ ਵੀ ਸਾਡਾ ਕੰਮ ਕੱਲ੍ਹ ਨੂੰ ਇੱਥੇ ਚੱਲਣ ਨਹੀਂ ਦੇਣਗੇ, ਕਿਉਂਕਿ ਲੜਾਈ ਕੱਲ੍ਹ ਨੂੰ ਮੁੱਕ ਨਹੀਂ ਜਾਣੀ। ਸਿਰਫ ਡਰ ਦੇ ਕਾਰਨ ਬੰਦ ਕਰੇ। ਕਾਲੇ ਕਾਨੂੰਨਾਂ ਕਰਕੇ ਲੜਾਈ ਮੁੱਕ ਨਹੀਂ ਜਾਣੀ। ਕਾਲੇ ਕਾਨੂੰਨ ਨੂੰ ਅਸੀਂ ਜਿੱਤ ਲੈਣੇ ਆ। ਉਦੋਂ ਬਾਅਦ ਲੜਾਈ ਮੁੱਕ ਨਹੀਂ ਜਾਣੀ। ਸਾਡੀ ਲੜਾਈ ਨੀਤੀਆਂ ਦੇ ਖਿਲਾਫ ਰਹਿਣੀ ਆ, ਲਗਾਤਾਰ ਰਹਿਣੀ ਆ। ਜਦੋਂ ਲੜਾਈ ਰਹੀ ਤਾਂ ਫਿਰ ਵੀ ਇਹ ਮੁੜ ਕੇ ਪਾਰਟੀ ਇੱਥੇ ਸ਼ਾਇਦ ਬਦਲ ਜਾਵੇ ਕੱਲ੍ਹ ਨੂੰ ਰਾਜ ਕਰਨ ਵਾਲੀ, ਪਰ ਅਡਾਨੀ ਵਾਨੀ ਤਾਂ ਰਹਿਣਗੇ ਨਾ, ਕਾਰਪੋਰੇਟ ਘਰਾਣੇ ਤਾਂ ਰਹਿਣਗੇ। ਸਾਡੀ ਲੜਾਈ ਉਹਨਾਂ ਦੇ ਖਿਲਾਫ ਰਹੂਗੀ ਤੇ ਫਿਰ ਇਹਨਾਂ ਦਾ ਕੰਮ ਫਿਰ ਵੀ ਬੰਦ ਕਰਾਂਗੇ, ਚੱਲਣ ਨਹੀਂ ਦਿਆਂਗੇ। 700 ਕਰੋੜ ਦਾ ਨੁਕਸਾਨ ਹੋਏਗਾ ਪੰਜਾਬ ਨੂੰ, ਜੋ ਡਿਊਟੀਜ਼, ਕਸਟਮ ਡਿਊਟੀਜ਼, GST ਟੈਕਸਿਸ ਜੋ ਭਰੇ ਜਾਂਦੇ ਸੀ ਇਹਨਾਂ ਵੱਲੋਂ 700 ਕਰੋੜ ਦਾ ਨੁਕਸਾਨ ਪੰਜਾਬ ਨੂੰ ਹੋਏਗਾ, ਜੋ ਇਹਨਾਂ ਵੱਲੋਂ ਕਹਿਣਾ ਹੈ। ਕਿੰਨੀ ਸੱਚਾਈ ਹੈ ਇਹਦੇ 'ਚ? ਸਿਰੇ ਦੇ ਝੂਠੇ ਬੰਦੇ ਨੇ ਜੀ। ਝੂਠ ਤੋਂ ਸਿਵਾਏ ਕੁਝ ਨਹੀਂ ਬੋਲਦੇ। ਜਿਹੜਾ ਨੁਕਸਾਨ ਇੱਥੋਂ ਦੀ ਜਿਹੜੀਆਂ 2 ਪਿੱਛੇ ਹੋਰ ਇਹਦੇ ਨਾਲ ਦੀਆਂ ਜਿਹੜੀਆਂ ਬੰਦਰਗਾਹਾਂ ਨੇ ਹੋਰ ਹੈਗੀਆਂ ਨੇ, ਉਹਨਾਂ ਦਾ ਕੰਮ ਚੱਲਣ ਲੱਗ ਗਿਆ। ਜਿਹੜਾ ਟੈਕਸ ਲੈਣਾ ਉਹਨਾਂ ਤੋਂ ਲੈ ਲੈਣ, ਬਾਕੀ ਬਚਦਾ ਸਾਰਾ ਕੰਮ ਆਉਣ ਜਾਣ ਦਾ ਹੀ ਟੈਕਸ ਲੈਣਾ ਸੀ। ਕਸਟਮ ਨੇ ਡਿਊਟੀ ਲੈਣੀ ਸੀਗੀ, ਜਿਹੜੇ ਉਹ ਡਿਊਟੀ ਸਾਰੀ ਜਿਹੜੀਆਂ ਦੂਜੀਆਂ ਹਿੰਦ ਵਾਲੀ ਆ, ਪਿੱਛੇ ਇੱਕ ਹੋਰ ਆ ਸਰਕਾਰੀ, ਉੱਥੋਂ ਮਿਲ ਜਾਣੀ ਆ। ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ। 700 ਕਰੋੜ ਸਾਨੂੰ ਚਿੰਤਾ ਵਾ ਵੀ ਸਾਡਾ ਜਿਹੜਾ ਲੋਕਾਂ ਦਾ ਇਹਨੇ ਲੋਨ ਲਿਆ ਹੋਇਆ 700 ਕਰੋੜ ਕਹਿੰਦੇ ਨੇ, ਇਹ 700 ਕਰੋੜ ਦੀ ਜਗ੍ਹਾ ਵੀ ਹੈ ਨਹੀਂ ਗੀ। 100 ਕਰੋੜ ਦੀ ਜਗ੍ਹਾ ਸਾਰਾ ਕੁਝ ਮਿਲਾ ਕੇ ਵੀ ਕਰ ਲਈਏ ਤੇ ਜਿਹੜਾ 600 ਕਰੋੜ ਸਾਡਾ ਦੱਬਣ ਨੂੰ ਫਿਰਦਾ, ਦੱਬਣ ਨਹੀਂ ਦਿਆਂਗੇ। ਉਹਦੇ ਖਿਲਾਫ ਵੀ ਲੜਾਈ ਲੜਾਂਗੇ ਅਸੀਂ। ਜੋ ਫੈਸਲਾ ਲਿਆ ਗਿਆ ਹੈ ਹੁਣ, ਜੋ ਕਿਹਾ ਜਾ ਰਿਹਾ ਕਿ ਕਿਸਾਨ ਬਾਹਰ ਬੈਠੇ ਹੋਏ ਸੀ, EMPLOYEES ਨੂੰ ਨਹੀਂ ਆਉਣ ਦਿੱਤਾ, ਬਹੁਤ ਸੇ ਲੋਕ ਇਫੈਕਟ ਹੋਏ ਨੇ, ਘਰ ਦੀ ਆਰਥਿਕ ਤੰਗੀ ਲੋਕਾਂ ਨੂੰ ਬਹੁਤ ਇਫੈਕਟ ਕਰਨੀ ਹੋਈ ਹੈ ਇਫੈਕਟ, ਕਿਉਂਕਿ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿਟ ਵੀ ਫਾਈਲ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ। ਉਸ ਤੋਂ ਬਾਅਦ ਫੈਸਲਾ ਲਿਆ ਗਿਆ ਤਾਂ ਕਿਤੇ ਨਾ ਕਿਤੇ ਨਿਸ਼ਾਨਾ ਕਿਸਾਨਾਂ ਤੇ ਸਾਧਿਆ ਜਾ ਰਿਹਾ ਹੈ ਕਿ ਉਹਨਾਂ ਕਰਕੇ ਜੋ ਲੋਕ ਨੇ ਬੇਰੁਜ਼ਗਾਰ ਹੋਏ ਨੇ ਤੇ ਆਰਥਿਕ ਤੰਗੀ ਜੋ ਘਰਾਂ 'ਚ ਹੈ, ਜੋ ਆਰਥਿਕ ਤੰਗੀ ਦਾ ਲੋਕ ਸ਼ਿਕਾਰ ਹੋਏ ਨੇ, ਉਸ ਦਾ ਲੋਕ ਤਾਂ ਲਿਆਓ ਕਹਿਣੇ ਨੇ। ਬੇਰੁਜ਼ਗਾਰ ਜਿਹੜੇ ਹੋਏ ਨੇ ਉਹ ਲੋਕ ਤਾਂ ਦੱਸੋ ਕੌਣ? ਤੁਹਾਨੂੰ ਮਿਲਿਆ ਇੱਕ ਬੰਦਾ ਵੀ? ਇੱਕ ਬੰਦਾ ਹੀ ਮਿਲਿਆ ਤੁਹਾਨੂੰ ਬਿਨਾਂ ਬੇਰੁਜ਼ਗਾਰ ਹੋ ਗਿਆ? ਕੋਈ ਮਤਲਬ ਹੀ ਨਹੀਂ ਗਿਆ ਇੱਥੇ ਬੇਰੁਜ਼ਗਾਰ ਹੋਣ ਦਾ। ਤੁਸੀਂ ਆਰਥ ਕਹਿੰਦੇ ਹੋ, ਜਿਹੜਾ ਕਸਟਮ ਵਿਭਾਗ ਆ, ਅਖਬਾਰਾਂ 'ਚ 3 ਦਿਨ ਖਬਰਾਂ ਲੱਗੀਆਂ। ਇੱਕ ਇਹਨਾਂ ਨੇ ਟਰੱਕ ਫੜ ਲਿਆ, ਉਹਦੇ ਵਿੱਚ ਖੰਜੂਰਾਂ ਲੋਡ ਸੀ, ਜਿਹਦੇ ਉੱਤੇ GST 200% ਆ, ਔਰ ਉਹਦਾ ਬਿੱਲ ਸੀ ਸਕ੍ਰੈਪ ਦਾ ਜਿਹਦੇ 2% ਆ।
ਅਖਬਾਰਾਂ 'ਚ ਵੀ ਆ ਗਿਆ ਫੜ ਲਿਓ, ਕੀ ਬਣਿਆ ਉਹਦਾ ਕੁਛ ਨਹੀਂ। ਆਰਥਿਕ ਮੰਦੀ ਆਪਣੀ ਰਹਿਣੀ ਹੈ। 72% ਪੈਸਾ ਇਹ ਲੈ ਗਿਆ, ਆਪਾਂ 28% ਨਾਲ ਚਾਹੁੰਦੇ ਹਾਂ। 28% ਪੈਸਾ ਵੀ ਸਾਡੇ ਲੈਣੇ ਚਾਹੁੰਦੇ ਨੇ। ਹੋਰ ਕੀ, ਤੁਸੀਂ ਬੰਦੇ ਲਿਆਓ, ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਨਿਯਮ ਕੁਦਰਤ ਦਾ ਨਿਯਮ ਇਹ ਕਹਿੰਦਾ ਵੀ ਜਦੋਂ ਕਿਤੇ ਤਾਪਮਾਨ ਜ਼ਿਆਦਾ ਹੋਵੇ ਉਹ ਘੱਟ ਵਾਲੇ ਪਾਸੇ ਨੂੰ ਜਾਂਦਾ, ਜੇ ਹਵਾ ਦਾ ਦਬਾਅ ਇੱਥੇ ਜ਼ਿਆਦਾ ਹੋਵੇ ਤਾਂ ਘੱਟ ਵਾਲੇ ਪਾਸੇ ਨੂੰ ਜਾਂਦਾ, ਜੇ ਪਾਣੀ ਉੱਪਰ ਚੜਿਆ ਹੋਵੇ ਤਾਂ ਨਿਵਾਣ ਵੱਲ ਨੂੰ ਆਉਂਦਾ। ਫਿਰ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਅਡਾਨੀਆਂ ਵਾਨੀਆਂ ਕੋਲੇ ਇੰਨੀ ਦੌਲਤ ਉੱਥੇ ਇਕੱਠੀ ਹੋ ਗਈ, ਐਡਾ ਵੱਡਾ ਢੇਰ ਲੱਗ ਗਿਆ, ਉਹ ਥੱਲੇ ਵੱਲ ਕੱਲ੍ਹ ਨੂੰ ਕਾਹਤੋਂ ਨਹੀਂ ਆਉਂਦੀ। ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਇਹਦੇ ਵਿਚਾਲੇ ਮੋਦੀ ਤੇ ਜਿਹੜੀ ਸਰਕਾਰ ਆ ਸਾਡੇ ਦੇਸ਼ ਦੀ, ਉਹ ਕੰਧ ਵੜ ਕੇ ਖੜੀ ਹੋਈ ਆ, ਉਹਨੇ ਰੋਕੀ ਹੋਈ ਆ ਵੀ ਕਿਤੇ ਉਹਨਾਂ ਦੀ ਦੌਲਤ ਲੋਕਾਂ ਵੱਲ ਨੂੰ ਨਾ ਆਵੇ। ਹੁਣ ਅਸੀਂ ਇਹ ਕੰਧ ਢਾਹ ਦੇਣੀ ਹੈ, ਛੱਡਣੀ ਨਹੀਂ ਹੈਗੀ। ਇਹ ਕੰਧ ਢਾਹ ਕੇ ਅਸੀਂ ਜਿਹੜੀ ਦੌਲਤ ਆ ਉਹ ਸਾਰੇ ਲੋਕਾਂ ਦਾ, ਜਿਹੜੇ ਸਾਡੇ ਲੋਕਾਂ ਦੇ, ਤੁਸੀਂ ਜੇ ਅਡਾਨੀ ਅਵਾਨੀ ਅਮੀਰ ਹੋਏ ਨੇ ਤਾਂ ਇਹ ਵੀ ਦੇਖਣਾ ਪੈਣਾ ਵੀ ਸਾਡੇ ਦੇਸ਼ ਦੇ ਲੋਕ ਗਰੀਬ ਕਿੰਨੇ ਹੋ ਗਏ ਨੇ, ਉਹਨਾਂ ਦੀ ਪਰਸੈਂਟੇਜ ਕੱਢਣੀ ਪੈਣੀ ਆ। ਅੱਗੇ 27-28 ਕਹਿੰਦੇ ਆ ਤਾਂ 27-28 ਤੋਂ ਵੀ ਥੱਲੇ ਆ ਗਈ ਹੈ ਪਰਸੈਂਟੇਜ। ਦੌਲਤ ਸਾਰੀ ਇਹਨਾਂ 10 ਬੰਦਿਆਂ ਕੋਲੇ ਇਕੱਠੀ ਹੋ ਗਈ ਆ ਤੇ ਜਿਹੜੇ ਬਾਕੀ ਸਾਰੇ ਲੋਕ ਭੁੱਖੇ ਮਰਦੇ ਨੇ। ਠੀਕ ਹੈ ਨਾ, ਇਹ ਲੁੱਟ ਕਰਦੇ ਆ, ਸਿਵਾਏ ਲੁੱਟ ਕਰਨ ਤੋਂ ਇਹਨਾਂ ਤੋਂ ਬਿਨਾ ਕੋਈ ਇਹਨਾਂ ਕੋਲੇ ਤਰੀਕਾ ਨਹੀਂ ਹੈ, ਨਾ ਰੁਜ਼ਗਾਰ ਦੇਣਾ, ਨਾ ਇਹਨਾਂ ਦਾ ਕੰਮ ਚਲਾਉਣਾ, ਨਾ ਜਿਹੜਾ ਟੈਕਸ ਦੇਣੇ। ਇਹ ਕੰਮ ਹੈ ਸਿਵਾਏ ਲੁੱਟ ਕਰਨ ਤੋਂ। ਇੱਥੇ ਸਾਨੂੰ ਪਤਾ ਵਾ ਵੀ ਜਿਹੜੇ ਬੰਦੇ ਇੰਪਲਾਈਜ਼ ਸੀਗੇ, ਇਹ ਬੰਦੇ ਘੱਟ ਰੱਖਦੇ ਆ, ਲੋੜ ਤੋਂ ਘੱਟ ਰੱਖਦੇ ਨੇ ਪਹਿਲਾਂ ਹੀ, ਫਿਰ ਉਹਨਾਂ ਤੋਂ 12-12 ਘੰਟੇ ਕੰਮ ਲੈਂਦੇ ਨੇ ਤੇ ਤਨਖਾਹ ਫਿਰ ਉਦੋਂ ਵੀ ਘੱਟ ਦਿੰਦੇ ਨੇ। ਫਿਰ ਲੁੱਟ ਨਹੀਂ ਤਾਂ ਹੋਰ ਕੀ ਹੈ। ਇਹ ਕਿਹਨੇ ਰੋਕਣਾ? ਇਹ ਸਾਡੀ ਸਰਕਾਰ ਨੇ ਰੋਕਣਾ ਹੁੰਦਾ। ਸਰਕਾਰਾਂ ਪਾਰਟੀਆਂ ਬਦਲਦੀਆਂ ਰਹਿੰਦੀਆਂ ਨੇ, ਸਰਕਾਰਾਂ ਦਾ ਖਾਸਾ ਨਹੀਂ ਬਦਲਿਆ ਕਦੇ। ਉਹਨਾਂ ਦਾ ਉਸੇ ਅਡਾਨੀਆਂ ਵਾਨੀਆਂ ਨਾਲ, ਕਾਰਪੋਰੇਟ ਘਰਾਣਿਆਂ ਦੇ ਨਾਲ ਜਿਹੜੀਆਂ ਯਾਰੀਆਂ ਪਗਾਉਣ ਵਾਲਾ ਪ੍ਰੇਮ ਆ ਉਹ ਸਦਾ ਹੀ ਰਿਹਾ ਵਾ। ਅਸੀਂ ਉਹਦੇ ਖਿਲਾਫ ਵੀ ਜ਼ਿਆਦਾ ਲੜਨਾ ਚਾਹੁੰਦੇ ਹਾਂ। ਤੁਸੀਂ ਸਾਡੀ ਜ਼ਮੀਨ ਆ, ਸਾਡੇ ਕੋਲ 1 ਕਿੱਲਾ ਜ਼ਮੀਨ ਆ ਜਿਹਦੀ ਕਿ 20 ਲੱਖ ਕੀਮਤ ਆ, ਸਾਨੂੰ ਸਰਕਾਰ ਤੋਂ 3 ਲੱਖ ਲਿਮਟ ਨਹੀਂ ਬਣਾ ਰਹੀ। ਤੇ ਇਹ ਜ਼ਮੀਨ ਸਾਰਾ 80 ਕਿੱਲੇ ਲਿਆ, ਜਿਹੜੀ 1 ਕਰੋੜ ਕੰਪਲੀਟ ਦੇ ਇਹਨੂੰ 700 ਕਰੋੜ ਲੋਨ ਦੇਤਾ, ਸਾਨੂੰ ਕਿਉਂ ਨਹੀਂ ਦੇ ਰਹੇ? ਜਦ ਕਿ ਅਸੀਂ ਆਪਦੀ ਪ੍ਰਾਪਰਟੀ ਦੇ ਇੰਨੇ ਕਾਗਜ਼ ਇਹਨਾਂ ਦਾ ਕੀ ਲਿਆ? 100 ਕਰੋੜ 600 ਕਰੋੜ ਦਾ ਖੜਾ ਹੀ ਕਮਾ ਗਿਆ ਨਾ। ਇਹ 700 ਕਰੋੜ ਲੈ ਗਿਆ, 100 ਕਰੋੜ ਲਾ ਕੇ 600 ਕਰੋੜ ਜੋ ਕਮਾ ਕੇ ਲੈ ਗਿਆ। ਅਡਾਨੀ ਨੇ ਇੱਥੇ ਕੀ ਲਾਇਆ? ਸਾਡੇ ਪੈਸੇ ਬੈਂਕਾਂ 'ਚ ਲਾ ਗਿਆ ਤੇ ਕਿਸੇ ਨੂੰ ਰੁਜ਼ਗਾਰ ਨਹੀਂ। ਤਾਂ ਜੋ ਫੈਸਲਾ ਲਿਆ ਗਿਆ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਡਾਨੀ ਅੰਬਾਨੀ ਨੂੰ ਹਿਲਾ ਦਿੱਤਾ ਹੈ ਕਿਸਾਨਾਂ ਨੇ ਤੇ ਜਿੱਤ ਹੈ, ਜਿੱਤ ਵੱਲ ਵੱਧ ਰਹੇ? ਅਸੀਂ ਤਾਂ ਕਹਿੰਦੇ ਹਾਲਾਤ ਆ ਕਿਸਾਨਾਂ ਨੂੰ, ਪਰ ਇਹਦੇ ਵਿੱਚ ਵੀ ਚਾਲ ਆ। ਨਹੀਂ, ਕਿਸਾਨਾਂ ਨੇ ਉਹਨਾਂ ਨੂੰ ਹਿਲਾਤਾ ਕਿ ਉਹਨਾਂ ਹਾਂ, ਕਿਸਾਨਾਂ ਨੇ ਉਹਨੂੰ ਹਿਲਾਤਾ, ਪਰ ਇਹਦੇ ਵਿੱਚ ਵੀ ਮੋਦੀ ਤੇ ਰੀਅਲ ਉਹਨਾਂ ਦੀ ਸਟੇਟ ਦੀ ਕੀ ਕਰਦੇ ਆ, ਉਹਨਾਂ ਦੀ ਚੁਸਤੀਆਂ ਚਲਾਕੀਆਂ ਸ਼ਾਇਦ ਜਾਣਦੇ ਨਹੀਂ, ਜਿਹੜੇ ਸਾਡੇ ਵੱਡੇ ਲੀਡਰ ਨੇ। ਦੇਖੀ ਜਿੱਤ ਮੰਨ ਰਹੇ ਹੋ ਕਿ ਇੱਕ ਹੋਰ ਸਟੈਪ ਹੈ ਜਿੱਤ ਵੱਲ? ਜਿੱਤ ਆ ਜੀ, ਪੱਕੀ ਜਿੱਤ ਆ। ਦੇਖੋ ਕਦੇ ਵੀ ਇਦਾਂ ਹੋਇਆ ਨਹੀਂ ਸੀਗਾ ਵੀ ਬਹੁਤ ਸਾਰਾ ਐਡਾ ਅੰਦੋਲਨ ਚੱਲਿਆ ਹੋਵੇ ਤੇ ਆਪਣੇ ਆਪ ਨੂੰ ਥਾਣੇਦਾਰ ਕਹਾਉਂਦਾ ਹੋਵੇ, ਜਿਹੜਾ ਕਹਿੰਦਾ ਵੀ ਮੈਂ ਮੋਦੀ ਨੂੰ ਕਹਿ ਕੇ ਆਹ ਨੀਤੀਆਂ ਤਿਆਰ ਕਰਵਾ ਲੈਣੀਆਂ, ਉਹਦਾ ਇੱਕ ਅਦਾਰਾ ਬੰਦ ਹੋ ਜਾਣਾ। ਇਸ ਅੰਦੋਲਨ ਦੀ ਪਹਿਲੀ ਜਿੱਤ ਆ ਤੇ ਜਿੱਤ ਅੱਗੇ ਵਧੇਗੀ। ਇਹ ਅਸੀਂ ਜਿੰਨੇ ਕਾਰਪੋਰੇਟ ਘਰਾਣੇ ਨੇ, ਸਾਡੀ ਸਭਾ ਦੀ ਸਾਡੀ ਵੀ ਇਹ ਮੰਗ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਸਰਕਾਰ ਆਪਣੇ ਅਧੀਨ ਕਰੇ, ਆਪਣੇ ਅਧੀਨ ਕਰਕੇ ਲੋਕਾਂ ਨੂੰ ਰੁਜ਼ਗਾਰ ਦੇਵੇ, ਵੱਜਵਾਂ ਰੁਜ਼ਗਾਰ ਦੇਵੇ ਤੇ ਘੱਟੋ ਘੱਟ ਮਿਨੀਮਮ ਵੇਜ ਆ ਜਿੰਨੀ ਉਹ ਮਿਲੇ, ਤਾਂ ਜਾ ਕੇ ਜਿਹੜਾ ਮਸਲੇ ਨੇ ਉਹ ਲੋਕਾਂ ਦੇ ਹੱਲ ਹੋ ਸਕਦੇ ਨੇ। ਹੁਣ 400 ਬੰਦਿਆਂ ਦਾ ਰੌਲਾ ਪਾਇਆ ਜਾ ਰਿਹਾ ਅਡਾਨੀਆਂ ਵਾਨੀਆਂ ਵੱਲੋਂ, ਅਸੀਂ 400 ਬੰਦੇ ਚਲੇ ਗਏ। ਜਦੋਂ ਕਰੋਨਾ ਦਾ ਕਾਲ ਚੱਲਦਾ ਸੀ ਕਿੰਨੇ ਲੋਕ ਬੇਰੁਜ਼ਗਾਰ ਹੋਏ ਨੇ? ਕਿਸੇ ਨੇ ਸਾਂਭੇ ਇਹਨਾਂ ਨੇ ਅਡਾਨੀਆਂ ਵਾਨੀਆਂ ਨੇ? ਸਿਵਾਏ ਜਿਹੜੇ ਸਰਕਾਰੀ ਅਦਾਰੇ ਸੀ ਉਹਨਾਂ 'ਚ ਜਿਹੜੇ ਜੌਬ ਕਰਦੇ ਸੀ ਬੰਦੇ, ਉਹਨਾਂ ਦੀ ਮਾੜੀ ਮੋਟੀ ਗਰੰਟੀ ਰਹੀ ਆ। ਸਰਕਾਰ ਹੁਣ ਉਹ ਵੀ ਉਸ ਗੱਲ ਤੋਂ ਵੀ ਭੱਜ ਰਹੀ ਆ, ਪਰ ਅਸੀਂ ਇਹ ਭੱਜਣ ਨਹੀਂ ਦਿਆਂਗੇ। ਇਹ ਸਾਡੀ ਜਿਹੜੀ ਲੜਾਈ ਆ, 3 ਕਾਨੂੰਨ ਨਹੀਂ ਹੈ, ਸਾਡੀ ਨੀਤੀਆਂ ਨੇ ਜਿਹੜੀਆਂ ਉਹ ਸਾਮਰਾਜੀ ਨੀਤੀਆਂ, ਜਿਹੜੇ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਇਨਕਲਾਬ ਜਿੰਦਾਬਾਦ, ਇਕੱਲਾ ਜਿੰਦਾਬਾਦ ਨਹੀਂ ਸੀ ਕਿਹਾ, ਨਾਲ ਸਾਮਰਾਜ ਮੁਰਦਾਬਾਦ ਕਿਹਾ ਸੀ। ਇਹ ਸਾਮਰਾਜੀ ਨੀਤੀਆਂ ਨੇ। ਇਹ ਸਾਰੇ ਲੋਕ ਸਾਮਰਾਜੀ ਕੰਪਨੀਆਂ ਤੇ ਉਹਨਾਂ ਦੇਸ਼ਾਂ ਦੇ ਥੱਲੇ ਲੱਗ ਕੇ ਨੀਤੀਆਂ ਤਿਆਰ ਕਰਨੀਆਂ ਚਾਹੁੰਦੇ ਨੇ। ਜੇ ਮੋਦੀ ਇਕੱਲਾ ਹੁੰਦਾ ਤਾਂ ਅਸੀਂ ਕਦੋਂ ਦਾ ਬਦਲ ਦੇਣਾ ਸੀ। ਇਹਦੇ ਪਿੱਛੇ ਸਾਮਰਾਜੀ ਜਿਹੜੇ ਦੇਸ਼ ਨੇ ਤੇ ਉਹ ਕੰਪਨੀਆਂ ਨੇ ਸਾਡੀਆਂ, ਉਹ ਵੀ ਨਿਸ਼ਾਨੇ ਤੇ, ਉਹਨਾਂ ਨੂੰ ਛੱਡਾਂਗੇ ਨਹੀਂ। ਉਹਨਾਂ ਨੂੰ ਵੀ ਅਸੀਂ ਬਦਲ ਕੇ ਰਹਾਂਗੇ ਤੇ ਨੀਤੀ ਬਦਲਣ ਦੀ ਲੜਾਈ ਲੜਾਂਗੇ। ਅਸੀਂ ਇਕੱਲੀ ਸਰਕਾਰ ਬਦਲਣ ਦੀ, ਪਾਰਟੀ ਬਦਲਣ ਦੀ ਲੜਾਈ ਨਹੀਂ ਲੜਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇੱਕ ਜੋ ਮੈਸੇਜ ਦਰਸ਼ਕਾਂ ਨੂੰ ਦੇਣਾ ਚਾਹਾਂਗੇ ਕਿ ਜਿਸ ਤਰ੍ਹਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚਦੀ ਹੈ ਤੁਹਾਡੇ ਤੱਕ, ਤਾਂ ਸੱਚਾਈ ਵੀ ਅਸੀਂ ਤੁਹਾਨੂੰ ਦਿਖਾਈ ਕਿ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਇਸ ਨੂੰ ਸਰਾਸਰ ਨਕਾਰਿਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਕਿਹਾ ਜਾ ਰਿਹਾ ਹੈ ਕਿ 400 ਲੋਕੀ ਬੇਰੁਜ਼ਗਾਰ ਹੋ ਜਾਣਗੇ, ਕਿਸਾਨਾਂ ਦੇ ਪੁੱਤਾਂ ਨੂੰ ਹੀ ਨੁਕਸਾਨ ਹੋਏਗਾ, 700 ਕਰੋੜ ਦਾ ਨੁਕਸਾਨ ਪੰਜਾਬ ਨੂੰ ਸਹਿਣਾ ਪਏਗਾ। ਤਾਂ ਉਹਨਾਂ ਬਾਰੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੋ ਸੱਚਾਈ ਉਸ ਦੇ ਪਿੱਛੇ ਹੈ, ਜੋ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਉਸ ਦੇ ਪਿੱਛੇ ਕੀ ਸੱਚਾਈ ਹੈ, ਉਹ ਇਹਨਾਂ ਵੱਲੋਂ ਤੁਹਾਨੂੰ ਦੱਸੀ गई है। हेलो सर, नमस्कार जी। नमस्कार सर, आप अडानी ग्रुप से बोल रहे हो? हाँ सर, मैं पंजाब से बोल रहा हूँ, लुधियाना से, संजीव कुमार शर्मा, हाँ इलेक्ट्रॉनिक मीडिया से। सर, मैं ये आपसे जानकारी लेना चाहता था कि आपने किला रायपुर वाली जो ड्राई पोर्ट है वो बंद कर दी है। हेलो हेलो
हाँ आपने उसका है ना ऑलरेडी प्रोसीडिंग्स, जो कोर्ट की प्रोसीडिंग्स हैं हाँ जी वो ऑलरेडी सभी लोगों ने लिया है ना लास्ट 2 दिन में, बस वही है। नहीं नहीं सर, मैं तो प्रेस रिपोर्टर हूँ, मैं ये पूछना चाहता था आपसे कि हाँ। कि आपने वो ड्राई पोर्ट किला ये रायपुर मैटर में है ना, हम लोग अभी कुछ नहीं बोल रहे हैं क्योंकि ये मैटर सुप्रीम कोर्ट में चल रहा है ना, नहीं नहीं कि सब जुड़ाइज है। जो सुप्रीम कोर्ट में चल रहा है वो नहीं, रीजन पूछ रहे हैं भी किस कारण। हमने सुना है, ये पेपरों में है कि आपने वो ड्राई पोर्ट बंद कर दी है। मैं ये पूछना चाहता हूँ आपसे सर वो कि बंदी है ना कितने दिनों से, बंद ही है, स्ट्राइक चल रहा है ना, स्ट्राइक चल रहा है। स्ट्राइक चल रहा है पिछले 7 महीने से, पूरा बंदी है, कोई कामकाज नहीं हो रहा है वहाँ पे। हाँ, तो उसका रीजन क्या है सर, बंद करने का? स्ट्राइक मेन मेन रीजन है? हाँ स्ट्राइक है ना, वो कोई यानी गेट ही बंद करके रख दिया है उनने, मोर्चा लेके रखा हुआ है बाहर पिछले 7 महीने से। अभी सर कुछ लोगों का सामान भी पड़ा है अंदर, कुछ नहीं, लोग वो कुछ नहीं, नहीं, जो भी मैं क्या बोल रहा हूँ कि वो बंद पड़ा है, जो भी नुकसान है, कोई धंधा नहीं हो रहा है, कुछ नहीं हो रहा है, सभी के लिए नुकसान है वो। इसके लिए हम लोग गए थे कोर्ट में कि अपील करने के लिए कि इसको खोला जाए तो सभी का ना कामकाज शुरू हो, सब कुछ चालू हो। तो 7 महीने से कोई फैसला ही नहीं आ रहा है उस पे। अच्छा, जो केस है सुप्रीम कोर्ट में चल रहा है हाँ, फिलहाल, जो आपके तो एम्प्लॉइज हैं। अभी ये जो न्यूज आया है ना, वो तो मेरे ख्याल से कभी मंडे को था, सोमवार को था, हाँ सोमवार को नहीं, मेरे ख्याल से वो था फ्राइडे को। हाँ जी। फ्राइडे को कुछ था कोर्ट का प्रोसीडिंग्स, उसके ऊपर से ये सब रिपोर्ट आया ना बाहर। तो अभी भी फैसला नहीं लिया गया है। तो क्योंकि अगर ये नहीं लेते तो फिर क्या है कि अगर चालू ही नहीं कर सकते तो फिर बंद करना पड़ेगा, क्या कर सकते हैं। हाँ, अभी बंद कर दिया ना फिलहाल आपने? अरे सर जी बंद ही है पिछले 7 महीने से। 7 महीने से। तो इससे सर मैं ये जानना चाहता हूँ, जो पंजाब सरकार को रेवेन्यू वगैरह है वो कितना हमको जाता तो था? खोलना है, हमको तो वो खोलना है, खोलने ही नहीं देते। खोलने नहीं देते? खोलेंगे तो सही, आप फ्यूचर में तो खोलेंगे ना? अगर अगर ये अगर मैं ये आपको वही बोल रहा हूँ ना, मैटर सब जुडाइज है, उसके लिए तो चल रहा है सब कुछ, हाँ, तो खोलने के लिए, मगर 7 महीने से लक नहीं है, कोई ना कोई दुविधाएं आ रही है हाँ, उसमें। नहीं सर, मैं एक चीज पूछना चाहता था, जो पंजाब सरकार है इसको कितना रेवेन्यू जाता था 1 साल का? वो मैं सब डिटेल आपको भेज देता हूँ, ऑलरेडी बाहर आ गया है ना, आपको प्रिंट में से मिल जाएगा जो भी है, मैं आपको भेज देता हूँ। हाँ, एक सर एक बात मैं और पूछना चाहता था आपसे। हम्म। कुछ व्यापारी लोग बोल रहे हैं कि हमारा सामान पड़ा है, वो आपकी तरफ से तो कोई ऑब्जेक्शन नहीं है, उठा सकते हैं वो? मैं स्पोक्स पर्सन नहीं हूँ, मैं आपको जो जानकारी है मैं आपको दे देता हूँ, ठीक है? ठीक है सर। तो सर मैं कैसे वेट करूँ, कब करोगे आप दोबारा फोन? मैं इस पे आपको व्हाट्सअप कर देता हूँ डिटेल्स जो मेरे पास है। हाँ, ओके सर, थैंक यू सो मच। ਹੋਰ ਖਬਰਾਂ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਕੈਮਰਾਮੈਨ ਵਿੱਕੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਕਲਰਾਈਪੁਰ, ਲੁਧਿਆਣਾ।